ਮਲਵਿੰਦਰ ਕੰਗ ਸਾਹਿਬ जुड़े ने आम आदमी पार्टी के चीफ स्पोक्सपर्सन ने। कंग साहब पहला सीएम साहब का ट्वीट च आउंदा है जिस दे विच ओह बादल परिवार दे जरिए निशाना साधदे ने अकाल तख्त साहब के जथेदार ते उस तो बाद हुण जथेदार अकाल तख्त साहब की पोस्ट आई है ਉਹਦੇ ਵਿੱਚ ਉਹ ਕਹਿ ਰਹੇ ਨੇ ਕਿ सीएम साहब ਤੁਹਾਨੂੰ ਹੀ ਨਾ ਕੋਈ ਰਾਜਨੀਤਿਕ ਧਿਰ ਵਰਤ ਰਹੀ ਹੋਵੇ, ਇਸ ਕਰਕੇ ਸੁਚੇਤ ਹੋ ਜਾਓ ਤੇ ਰਲ ਕੇ ਆਪਾਂ ਇਸ ਮਸਲੇ ਦਾ ਹੱਲ ਕੱਢੀਏ। ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਇਸ ਪੂਰੀ ਸਥਿਤੀ ਨੂੰ? ਬਰਾੜ ਸਾਹਿਬ ਦੇਖੋ, ਇੱਕ ਗੱਲ ਤੇ ਬੜੀ ਸਪਸ਼ਟ ਹੈ ਜੀ ਕਿ ਜਥੇਦਾਰ ਸਾਹਿਬ ਬਹੁਤ ਹੀ ਸਤਿਕਾਰਿਤ ਤੇ ਸ਼ਰਮੌਰ ਹਸਤੀ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ ਇਹਦੇ 'ਚ। ਜੀ ਇੱਕ ਗੱਲ ਜੀ, ਦੂਜੀ ਗੱਲ ਇਹ ਵੀ ਸੱਚਾਈ ਹੈ ਬਰਾੜ ਸਾਹਿਬ ਕਿ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਆ, ਸ਼ਰਮੌਰ ਸੰਸਥਾਵਾਂ ਜੀ, ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹਦੇ ਜਿਸ ਤਰੀਕੇ ਨਾਲ ਪਿਛਲੇ ਕੁਝ ਸਾਲਾਂ 'ਚ ਜਿਸ ਤਰੀਕੇ ਨਾਲ ਗਿਰਾਵਟ ਆਈ ਹੈ, ਜਿਸ ਤਰੀਕੇ ਨਾਲ ਉਹਦਾ ਰਾਜਨੀਤੀਕਰਨ ਹੋਇਆ ਔਰ ਜਿਸ ਤਰੀਕੇ ਨਾਲ ਉਹਦਾ ਰਾਜਨੀਤਿਕ ਤੌਰ ਤੇ ਯੂਜ਼ ਕੀਤਾ ਗਿਆ ਕਿਸੇ ਪਾਰਟੀਕੂਲਰ ਪਰਿਵਾਰ ਦੀ ਰਾਜਨੀਤੀ ਨੂੰ ਚਮਕਾਉਣ ਲਈ, ਇਹ ਵੀ ਇੱਕ ਬਿਲਕੁਲ ਸੱਚਾਈ ਆ, ਪੱਥਰ ਤੇ ਲਕੀਰ ਵਰਗੀ ਹੈ। ਤੋਂ ਕੋਈ ਡਿਨਾਈ ਨਹੀਂ ਕਰ ਸਕਦਾ, ਮਾਣਯੋਗ ਸਤਿਕਾਰਯੋਗ ਜਥੇਦਾਰ ਸਾਹਿਬ ਵੀ ਨਹੀਂ ਕਰ ਸਕਦੇ। ਸੋ ਇੱਕ ਤੇ ਸਾਨੂੰ ਅੱਜ ਆਤਮ ਪੜਚੋਲ ਕਰਨ ਦੀ ਲੋੜ ਹੈ ਕੌਮ ਨੂੰ ਜਥੇਦਾਰ ਸਾਹਿਬ ਦੀ ਅਗਵਾਈ 'ਚ ਕਿ ਪਹਿਲਾਂ ਸਾਡੀਆਂ ਪੰਥਕ ਸੰਸਥਾਵਾਂ ਦੀ ਜਿਹੜੀ ਗਿਰਾਵਟ ਆਈ ਹੈ, ਜਿਹੜੇ ਉਹਨਾਂ ਦੇ ਪ੍ਰਬੰਧਕਾਂ ਕਰਕੇ ਸੰਸਥਾਵਾਂ ਤੇ ਮਹਾਨ ਹੀ ਰਹਿਣੀਆਂ, ਗੁਰੂਆਂ ਵੱਲੋਂ ਬਣਾਈਆਂ ਗਈਆਂ, ਸ਼ਹੀਦਾਂ ਵੱਲੋਂ, ਲੇਕਿਨ ਜਿਹੜਾ ਉਹਦੇ ਪ੍ਰਬੰਧ ਦਾ ਰਾਜਨੀਤੀਕਰਨ ਹੋਇਆ ਉਹਦੇ ਕਰਕੇ ਹੀ ਕੁਝ ਲੋਕ ਆਪਣੀਆਂ ਧਾਰਮਿਕ ਤੌਰ ਤੇ ਵੀ ਦੁਕਾਨਦਾਰੀਆਂ ਸ਼ੁਰੂ ਕਰ ਲੈਂਦੇ ਆ, ਰਾਜਨੀਤਿਕ ਤੌਰ ਤੇ ਵੀ ਕਰ ਲੈਂਦੇ ਆ, ਜਿੱਥੇ ਕਿਤੇ ਨਾ ਕਿਤੇ ਪੂਰੀ ਕੌਮ ਦਾ ਨੁਕਸਾਨ ਹੁੰਦਾ ਹੈ ਔਰ ਹੁੰਦਾ ਆਇਆ ਆ। ਔਰ ਉਸ ਚੀਜ਼ ਵੱਲ ਹੀ ਮਾਨਯੋਗ ਮੁੱਖ ਮੰਤਰੀ ਜੀ ਨੇ ਇਸ਼ਾਰਾ ਕੀਤਾ ਆ ਕਿ ਜਥੇਦਾਰ ਸਾਹਿਬ ਸੁਪਰੀਮ ਤਖਤ ਤੇ, ਮਹਾਨ ਤਖਤ ਤੇ ਐਡੀ ਵੱਡੀ ਸਤਿਕਾਰਤ ਹਸਤੀ ਦਾ ਜਿਹੜਾ ਇੱਕ ਸੰਦੇਸ਼ ਹੈ ਉਹ ਕੌਮ ਨੂੰ ਅੱਜ ਜਿਸ ਤਰੀਕੇ ਨਾਲ ਪੰਜਾਬ ਨੂੰ ਅੱਗੇ ਲਿਜਾਣ 'ਚ ਸਰਕਾਰ ਕੋਸ਼ਿਸ਼ ਕਰ ਰਹੀ ਆ, ਭਾਈਚਾਰਕ ਪਿਆਰ ਦੀ, ਭਾਈਚਾਰਕ ਸਾਂਝ ਦੀ, ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਦੀ, ਉਹਦੇ 'ਚ ਉਹਨਾਂ ਦਾ ਜਿਹੜਾ ਆ ਦੂਰਅੰਦੇਸ਼ੀ, ਉਹਨਾਂ ਦਾ ਮਾਰਗਦਰਸ਼ਨ ਦੀ ਲੋੜ ਹੈ। ਮੈਨੂੰ ਲੱਗਦਾ ਇਹਦੇ ਤੇ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਹੋਣ ਦੀ ਲੋੜ ਪਰ ਇਹਦੇ 'ਚ ਜਿਹੜੀ ਗੱਲ ਦਾ ਜ਼ਿਕਰ ਕੰਗ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਕਿ ਤੁਹਾਨੂੰ ਹੀ ਕੋਈ ਰਾਜਨੀਤਿਕ ਧਿਰ ਨਾ ਵਰਤ ਜਾਏ, ਤੁਸੀਂ ਇਹਦਾ ਮਤਲਬ ਕੀ ਕੱਢ ਰਹੇ ਹੋ? ਨਹੀਂ, ਮੈਂ ਤੇ ਮੈਨੂੰ ਲੱਗਦਾ ਹੈ ਵੀ ਜਦੋਂ ਮਾਨ ਸਾਹਿਬ ਪਹਿਲੀ ਗੱਲ ਤੇ ਜਿਹੜੇ ਮੌਜੂਦਾ ਮੁੱਖ ਮੰਤਰੀ ਹੈ ਉਹ ਕੋਈ ਰਾਤੋਂ ਰਾਤ ਨਹੀਂ ਬਣੇ, ਇੱਕ ਬਹੁਤ ਹੀ ਸੰਘਰਸ਼ ਚੋਂ ਨਿਕਲ ਕੇ ਆਏ ਔਰ ਪੰਜਾਬ ਦਾ ਦਰਦ ਲੈ ਕੇ ਰਾਜਨੀਤੀ 'ਚ ਆਏ ਆ ਔਰ ਇੱਕ ਐਸਾ ਇਮਾਨਦਾਰ ਲੀਡਰ ਹੈ ਜਿਹਦੀ ਐਗਜ਼ਾਮਪਲ ਵੀ ਨਹੀਂ ਮਿਲਦੀ, ਔਰ ਲੋਕਾਂ ਨੇ ਉਹਨਾਂ ਨੂੰ ਆਪ ਚੁਣਿਆ। ਵਰਤਣ ਵਾਲੀ ਗੱਲ ਤੇ ਮੈਨੂੰ ਨਹੀਂ ਲੱਗਦੀ ਕੋਈ ਇਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਨਹੀਂ। ਤੁਹਾਨੂੰ ਲੱਗਦਾ ਨਹੀਂ ਕਿ ਜਥੇਦਾਰ ਸਾਹਿਬ ਇਸ਼ਾਰਾ ਕੇਂਦਰ ਵੱਲ ਕਰ ਰਹੇ ਇਸ ਗੱਲ ਦੇ ਜ਼ਰੀਏ? ਨਹੀਂ, ਮੈਨੂੰ ਲੱਗਦਾ ਇਹ ਤੇ ਜਥੇਦਾਰ ਸਾਹਿਬ ਹੀ ਦੱਸਣਗੇ, ਪਰ ਸਾਡੀ ਤੇ ਬੇਨਤੀ ਉਹਨਾਂ ਨੂੰ ਇਹੀ ਆ ਕਿ ਅੱਜ ਕੌਮ ਦਾ ਜਿਸ ਤਰੀਕੇ ਨਾਲ ਮਾਰਗਦਰਸ਼ਨ ਦੀ ਲੋੜ ਹੈ, ਪੰਥਕ ਰਵਾਇਤਾਂ ਦੀ ਲੋੜ ਹੈ, ਪੰਥਕ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਬਹਾਲ ਕਰਨ ਦੀ ਲੋੜ ਹੈ, ਉਹਦੇ ਵਾਲੇ ਪਾਸੇ ਮਾਰਗਦਰਸ਼ਨ ਕਰਨ। ਸਰਕਾਰ ਜਿਹੜੀ ਆ, ਸਰਕਾਰ ਦਾ ਮੁਖੀਆ ਤੇ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਉਹਦੇ ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਨਹੀਂ ਕੰਗ ਸਾਹਿਬ, ਮੇਰਾ ਸਵਾਲ ਇਹ ਹੈ, ਤੁਹਾਨੂੰ ਇਹ ਲੱਗਦਾ ਕਿ ਜਦੋਂ ਇਸ ਤਰੀਕੇ ਦੀ ਸਥਿਤੀ ਹੋਵੇ ਸਟੇਟ ਦੇ ਵਿੱਚ ਜਾਂ ਇੱਕ ਸੈਂਸਿਟਿਵ ਮਾਹੌਲ ਹੋਵੇ ਤਾਂ ਉਹ ਸੈਂਸਿਟਿਵ ਮਾਹੌਲ ਦੇ ਵਿੱਚ ਬਜਾਏ ਟਵੀਟ ਵਾਰ ਦੇ ਜਾਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਮਿਲ ਬੈਠ ਕੇ ਇਸ ਦਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ? ਤੇ ਮੈਨੂੰ ਲੱਗਦਾ ਮੁੱਖ ਮੰਤਰੀ ਜੀ ਨੇ ਤੇ ਇਹੀ ਇਸ਼ਾਰਾ ਕੀਤਾ ਨਾ, ਕਿਉਂਕਿ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਦੀ ਟਾਈਮ ਲਾਈਨ ਦੇਣ ਦੀ ਜ਼ਰੂਰਤ ਨਹੀਂ ਸੀ। ਮੈਨੂੰ ਲੱਗਦਾ ਉਹ ਤੇ ਸਤਿਕਾਰਤ ਹਸਤੀ ਆ, ਉਹਨਾਂ ਨੂੰ ਤਾਂ ਗਾਈਡ ਕਰਨ ਦੀ ਲੋੜ ਹੈ, ਟਾਈਮ ਲਾਈਨ ਦੀ ਲੋੜ ਦੀ। ਦੂਜੀ ਗੱਲ, ਜਿੱਥੋਂ ਤੱਕ ਸੈਂਸਿਟਿਵ ਜਿਹੜੀ ਤੁਸੀਂ ਪੋਜੀਸ਼ਨ ਦੀ ਸਥਿਤੀ ਦੀ ਗੱਲ ਕੀਤੀ, ਦੇਖੋ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਜੀ ਨੇ ਕਿਹਾ ਜਿਹੜੇ ਬੇਗੁਨਾਹ ਉਹ ਅਸੀਂ ਛੱਡਾਂਗੇ ਔਰ ਛੱਡੇ ਵੀ ਕਿਸੇ ਨਿਰਦੋਸ਼ ਤੇ ਪਰਚਾ ਨਹੀਂ ਹੋਊਗਾ। ਨਹੀਂ ਤੇ ਇੱਥੇ ਬਰਾੜ ਸਾਹਿਬ ਐਗਜ਼ਾਮਪਲ ਹੈ, ਜਦੋਂ ਪੰਥਕ ਸਰਕਾਰਾਂ ਬਣਦੀਆਂ ਰਹੀਆਂ ਸੋ ਕਾਲ ਨੌਜਵਾਨਾਂ ਦੇ ਇਨਕਾਊਂਟਰ ਹੋਏ ਆ, ਨੌਜਵਾਨਾਂ ਦੇ ਖੂਨ ਹੋਏ ਆ, ਬੇਦੋਸ਼ ਨੌਜਵਾਨਾਂ ਨੂੰ ਟੰਗਿਆ ਗਿਆ। ਅੱਜ ਬੇਸ਼ੱਕ ਉਹ ਸੱਤਾ ਤੋਂ ਬਾਹਰ ਹੋ ਕੇ ਜੋ ਮਰਜ਼ੀ ਕਹੀ ਜਾਣ, ਮਾਨ ਸਾਹਿਬ ਦੀ ਸਰਕਾਰ ਨੇ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕੋਈ ਬੇਦੋਸ਼ਾ ਫੜਿਆ ਨਾ ਜਾਵੇ ਤੇ ਜਿਹੜਾ ਦੋਸ਼ੀ ਉਹ ਬਚੇ ਨਾ। ਇਸੇ ਕਰਕੇ ਹੀ ਬੜੀ ਟ੍ਰਾਂਸਪੇਰੈਂਸੀ ਦਾ ਪੂਰਾ ਆਪਰੇਸ਼ਨ ਹੋਇਆ। ਥੋੜੀ ਦੇਰ ਪਹਿਲਾਂ ਗੁਰਚਰਨ ਗਰੇਵਾਲ ਹੋਰੀ ਜੁੜੇ ਸੀ ਇਸੇ ਇਸ਼ੂ ਤੇ, ਉਹ ਕਹਿ ਰਹੇ ਸੀ ਕਿ ਅਸੀਂ ਕੋਈ ਅਲਟੀਮੇਟਮ ਇਸ ਤਰੀਕੇ ਨਾਲ ਨਹੀਂ ਦਿੱਤਾ ਵੀ ਸਾਰਿਆਂ ਨੂੰ ਰਿਹਾ ਕਰ ਦਿਓ ਜਿਨ੍ਹਾਂ ਤੇ NSA ਲਾਈ ਹੈ ਜਾਂ ਜਿਨ੍ਹਾਂ ਤੇ ਹੋਰ ਅਪਰਾਧਿਕ ਮਾਮਲੇ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਬਾਰੇ ਸਥਿਤੀ ਸਪਸ਼ਟ ਕਰੋ
ਤੇ ਜਿਹੜੇ ਬਾਕੀ ਨੇ ਜਿਨ੍ਹਾਂ ਨੂੰ ਵੈਸੇ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਜਾਂ ਰੱਖਿਆ ਗਿਆ ਹੈ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਛੱਡ ਦਿਓ। ਔਰ ਇਸ ਚੀਜ਼ ਨੂੰ ਸਰਕਾਰ ਨੂੰ ਵੈਸੇ ਕਨਵੇ ਕਰ ਦੇਣਾ ਚਾਹੀਦਾ ਸੀ ਬਜਾਏ ਇਸ ਤਰੀਕੇ ਦੀ ਬਿਆਨਬਾਜ਼ੀ ਜਾਂ ਟਵੀਟ ਵਾਰ ਦੇ ਵਿੱਚ ਪੈਣ ਦੇ। ਇਹ ਗੱਲ ਗਰੇਵਾਲ ਸਾਹਿਬ ਕਹਿ ਰਹੇ ਸੀ ਥੋੜੀ ਦੇਰ ਪਹਿਲੇ। ਮੈਨੂੰ ਲੱਗਦਾ ਪਹਿਲੀ ਗੱਲ ਤੇ ਗਰੇਵਾਲ ਸਾਹਿਬ ਕੋਈ ਅਕਾਲ ਤਖਤ ਸਾਹਿਬ ਦੇ ਸਪੋਕਸਪਰਸਨ ਨਹੀਂ ਗੇ, ਉਹ ਜਿਹੜੀ ਐਸਜੀਪੀਸੀ ਵੱਲੋਂ ਬੋਲ ਰਹੇ ਜੀ, ਜਿਹੜੇ ਉਹ ਰਾਜਨੀਤਿਕ ਧਿਰ ਨੂੰ ਬਿਲੋਂਗ ਕਰਦੇ ਆ, ਉਸ ਰਾਜਨੀਤਿਕ ਪਾਰਟੀ ਦੇ ਦੂਜੇ ਨੰਬਰ ਦੇ ਸੁਪਰੀਮ ਲੀਡਰ ਨੇ ਜੋ ਬਿਆਨਬਾਜ਼ੀ ਪਿਛਲੇ ਦਿਨਾਂ 'ਚ ਕੀਤੀ ਆ, ਉਹਨਾਂ ਬਾਰੇ ਤੇ ਗਰੇਵਾਲ ਸਾਹਿਬ ਕਿਉਂ ਨਹੀਂ ਬੋਲੇ ਜਦੋਂ ਮਜੀਠੀਆ ਸਾਹਿਬ ਲਾਈਵ ਹੋ ਕੇ ਕੀ ਬੋਲਦੇ ਰਹੇ? ਹੁਣ ਉਹ ਕਿੱਥੇ ਆ? ਇਸ ਕਰਕੇ ਡਬਲ ਸਟੈਂਡਰਡ ਹੀ ਰੱਖਣਾ ਚਾਹੀਦਾ। ਜਿਹੜਾ ਬੰਦਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ, ਪੰਜਾਬ ਦੇ ਭਾਈਚਾਰੇ ਨੂੰ, ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰੂਗਾ, ਕਾਨੂੰਨ ਉੱਥੇ ਕੰਮ ਕਰੂਗਾ। ਜਿਹੜਾ ਬੇਦੋਸ਼ਾ ਹੋਊਗਾ, ਇਨੋਸੈਂਟ ਹੋਊਗਾ, ਨਿਰਦੋਸ਼ ਹੋਊਗਾ, ਡੈਫੀਨਿਟਲੀ ਉੱਥੇ ਕਿਸੇ ਤਰ੍ਹਾਂ ਦਾ ਕੋਈ। ਚਲੋ ਕੰਗ ਸਾਹਿਬ, ਸਿਆਸੀ ਬਿਆਨਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ, ਸਿਆਸੀ ਨਿਸ਼ਾਨੇ ਵੀ ਇੱਕ ਦੂਜੇ ਤੇ ਲੱਗਦੇ ਰਹਿੰਦੇ ਆ। ਜੇ ਮੈਂ ਮੁੱਦੇ ਦੀ ਗੱਲ ਕਰਾਂ, ਜਿਹੜਾ ਅਸਲ ਮੁੱਦਾ ਇਸ ਦੇ ਵਿੱਚ ਜੋ ਜਥੇਦਾਰ ਹੋਰਾਂ ਵੱਲੋਂ ਉਭਾਰਿਆ ਗਿਆ ਕਿ ਜਿਨ੍ਹਾਂ ਨੂੰ ਵੀ ਸੱਦਿਆ ਗਿਆ ਹੈ ਪੁੱਛਗਿੱਛ ਦੇ ਲਈ, ਜਿਨ੍ਹਾਂ ਨੌਜਵਾਨਾਂ ਨੂੰ 197 ਦਾ ਅੰਕੜਾ ਕੱਲ ਦਿੱਤਾ ਸੀ ਸ਼ਾਇਦ ਸਰਕਾਰ ਨੇ ਕਿ 197 ਦੇ ਆਸ-ਪਾਸ ਜਿਹੜੇ ਨੇ ਉਹਨਾਂ ਨੂੰ ਅਸੀਂ ਰਿਲੀਜ਼ ਕਰ ਦਿੱਤਾ ਹੈ, ਕਿ ਬਾਕੀ ਜਿਹੜੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਦਾ ਕੀ ਟੇਕ ਹੈ ਔਰ ਕੀ ਮੈਸੇਜ ਹੈ ਕਿ ਕਦੋਂ ਤੱਕ ਉਹਨਾਂ ਦੇ ਪਰਿਵਾਰਾਂ ਨੂੰ ਇਹ ਮੈਸੇਜ ਹੈ ਕਿ ਕਦੋਂ ਤੱਕ ਉਹਨਾਂ ਨੂੰ ਵੀ ਰਿਲੀਜ਼ ਸਾਰੇ ਕਰ ਦਿੱਤੇ ਜਾਣਗੇ? ਬਰਾੜ ਸਾਹਿਬ, ਮੁੱਖ ਮੰਤਰੀ ਸਾਹਿਬ ਇਹ ਸਾਰੇ ਐਪੀਸੋਡ ਤੇ ਇੰਨੇ ਸੈਂਸਿਟਿਵ ਰਹੇ ਆ ਪਹਿਲੇ ਦਿਨ ਤੋਂ ਜੀ। ਉਹਨਾਂ ਨੇ ਨਾ ਸਿਰਫ ਸਾਡੇ ਆਫੀਸਰ ਸਾਹਿਬਾਨਾਂ ਨੂੰ, ਡੀਜੀਪੀ ਸਾਹਿਬ, ਬਲਕਿ ਸਾਰੀ ਈਵਨ ਉਹਨਾਂ ਨੇ ਆਪਣੇ ਐਮਐਲਏਆਂ ਨੂੰ ਵੀ ਕਿਹਾ ਸੀ ਕਿ ਆਪਣੇ ਹਲਕੇ 'ਚ ਤੁਹਾਨੂੰ ਜਿਹੜਾ ਲੱਗਦਾ ਹੈ ਕੋਈ ਨੌਜਵਾਨ ਨਾਲ ਧੱਕਾ ਨਾ ਹੋਵੇ, ਬੇਦੋਸ਼ਾ ਨਾ ਫੜਿਆ ਜਾਵੇ, ਜ਼ਰੂਰ ਉਹ ਤੇ ਇੰਟਰਵੀਨ ਕਰੋ। ਔਰ ਹੋਇਆ, ਠੀਕ ਹੈ। ਦੇਖੋ, ਮੈਂ ਵੀ ਕੁਝ ਪੱਤਰਕਾਰ ਦੋਸਤਾਂ ਤੇ ਵੀ ਇਨਵੈਸਟੀਗੇਸ਼ਨ ਹੋਈ, ਮੇਰੇ ਕੋਲ ਵੀ ਆਏ, ਮੈਂ ਨਾਲ ਸਾਰੀ ਜਦੋਂ ਪਤਾ ਕੀਤਾ ਤੇ ਉੱਥੇ ਲਿਖਿਆ ਕਿਸੇ ਨੇ ਕਿਸੇ ਨੂੰ ਫੋਨ ਕੀਤਾ, ਕਿਸੇ ਨੇ ਇੰਟਰਵਿਊ ਵਾਸਤੇ ਅਮਰਪਾਲ ਦੇ ਸਰਕਲ 'ਚ ਫੋਨ ਕੀਤਾ। ਅਕਸਰ ਹੀ ਸਾਰੇ ਕਰਦੇ ਸੀ ਜੀ। ਇਨਵੈਸਟੀਗੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਤੇ ਕਿਸੇ ਨੂੰ ਬੁਲਾਇਆ ਜਾ ਸਕਦਾ ਹੈ, ਹੋ ਸਕਦਾ ਡਿਟੇਨ ਵੀ ਕੀਤਾ ਹੋਵੇ, ਮੈਂ ਮੁਕਰਨ ਨਹੀਂ ਦਿਆਂ, ਲੇਕਿਨ ਨਾਲ ਸਰਕਾਰ ਜਿਹੜਾ ਬੰਦਾ ਲੱਗ ਰਿਹਾ ਸਾਫ਼ ਸੁਥਰਾ ਆ, ਗੁੰਮਰਾਹ ਨਹੀਂ ਹੋਇਆ। ਔਰ ਈਵਨ ਇਸ ਤੋਂ ਵੱਧ ਕੇ ਮੁੱਖ ਮੰਤਰੀ ਜੀ ਨੇ ਤੇ ਵੀ ਕਿਹਾ ਜਿਹੜਾ ਬੰਦਾ ਧਾਰਮਿਕ ਮਸਲਿਆਂ ਦੇ ਪ੍ਰਭਾਵ ਜਾ ਕੇ ਅਗਰ ਗੁੰਮਰਾਹ ਹੋਇਆ ਉਹਨੂੰ ਵੀ ਛੱਡ ਹੋ ਜਾਏ, ਉਹ ਇਨੋਸੈਂਟ ਹੈ ਤੇ ਉਹਦਾ ਟਰੈਕ ਰਿਕਾਰਡ ਠੀਕ ਹੈ। ਅਸੀਂ ਤਾਂ ਇੰਨੀ ਟਰਾਂਸਪੇਰੈਂਸੀ ਨਾਲ ਕੰਮ ਕਰ ਰਹੇ, ਮੈਨੂੰ ਲੱਗਦਾ ਜਥੇਦਾਰ ਸਾਹਿਬ ਨੂੰ ਪੂਰਾ ਜਿਹੜਾ ਹੈ ਭਰੋਸਾ ਰੱਖਣਾ ਚਾਹੀਦਾ ਮੁੱਖ ਮੰਤਰੀ ਜੀ ਤੇ। ਚਲੋ ਮਾੜਾ ਜਿਹਾ ਬਣੇ ਰਹਿਣਾ, ਗਰੇਵਾਲ ਸਾਹਿਬ ਜੋੜੀ ਗਏ ਹੈ, ਆਪਾਂ ਇੱਕ ਤੁਸੀਂ ਕੱਟਿਓ ਨਾ, ਫੋਨ ਲਾਈਨ ਤੇ ਬਣੇ ਰਹੋ, ਮੇਰੀ ਰਿਕੁਐਸਟ ਹੈ। ਗਰੇਵਾਲ ਸਾਹਿਬ, ਕੰਗ ਸਾਹਿਬ ਜੁੜੇ ਹੋਏ ਨੇ, ਉਹ ਕਹਿੰਦੇ ਅਸੀਂ ਤੇ ਪਹਿਲਾਂ ਹੀ ਟਰਾਂਸਪੇਰੈਂਸੀ ਨਾਲ ਕੰਮ ਕਰ ਰਹੇ ਹਾਂ, ਸੋ ਇਸ ਤਰੀਕੇ ਦੀ ਬਿਆਨਬਾਜ਼ੀ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਜਾਂ ਇਸ ਤਰੀਕੇ ਦਾ ਅਲਟੀਮੇਟਮ ਦੇਣ ਦੀ ਜ਼ਰੂਰਤ ਨਹੀਂ ਸੀ। ਦੇਖੋ ਜੀ, ਮੈਨੂੰ ਚਲੋ ਹੋਰ ਕਿਸੇ ਦੇ ਇਤਰਾਜ਼ ਹੋ ਸਕਦਾ, ਨਹੀਂ ਹੋ ਸਕਦਾ, ਪਰ ਕੰਗ ਸਾਹਿਬ ਦੇ ਤਾਂ ਮੈਨੂੰ ਇਤਰਾਜ਼ ਹੋਏਗਾ ਜੇ ਉਹ ਜਥੇਦਾਰ ਸਾਹਿਬ ਦੇ ਰੁਤਬੇ ਦੇ ਮੁਤਾਬਕ ਜਿਹੜੀ ਭਗਵੰਤ ਮਾਨ ਸਾਹਿਬ ਨੇ ਟਿੱਪਣੀ ਕੀਤੀ ਆ ਤੇ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ, ਮੈਨੂੰ ਲੱਗਦਾ ਨਹੀਂਗਾ ਕਿ ਜੇ ਦਿਲ ਤੇ ਹੱਥ ਰੱਖ ਕੇ ਕੰਗ ਸਾਹਿਬ ਇਹ ਕਹਿਣਗੇ, ਮੈਨੂੰ ਲੱਗਦਾ ਇਤਿਹਾਸ ਇਸ ਗੱਲ ਦੀ ਜਿਹੜਾ ਯਾਦ ਰੱਖੂਗਾ ਕਿ ਕੰਗ ਸਾਹਿਬ ਨੇ ਅਸਲ ਗੱਲ ਕਹੀ ਆ। ਮੈਨੂੰ ਜਿਹੜਾ ਕੋਈ ਕੌਮ ਦਾ ਲੀਡਰ ਆ, ਅੱਜ ਕੌਮ ਤੇ ਵਕਤ ਪਿਆ, ਇਹ ਮੁੱਦਾ ਜਿਹੜਾ ਵਾ ਇਹ ਕੌਮੀ ਮੁੱਦਾ ਬਣ ਗਿਆ। ਜਿਹੜੇ 500-400 ਨੌਜਵਾਨ ਬੇਦੋਸ਼ੇ ਫੜੇ ਗਏ, ਜੇ ਉਹਦੇ ਬਾਰੇ ਵੀ ਸਿੰਘ ਸਾਹਿਬ ਨੇ ਇਹ ਗੱਲ ਕਹਿਤੀ, ਜਾਂ ਤਾਂ ਤੁਸੀਂ ਹੁਣ ਛੱਡ ਰਹੇ ਹੋ, ਤੁਹਾਡਾ ਹਰ ਜਿਹੜਾ ਪ੍ਰਵਕਤਾ ਇਹ ਬਿਆਨ ਦੇ ਰਿਹਾ ਕਿ ਨਿਰਦੋਸ਼ ਲੋਕ ਅਸੀਂ ਛੱਡਾਂਗੇ, ਇਹਦਾ ਮਤਲਬ ਵੀ ਨਿਰਦੋਸ਼ ਫੜੇ ਸੀ ਤੁਸੀਂ। ਤੇ ਜੇ ਉਹ ਨਿਰਦੋਸ਼ ਫੜਿਆਂ ਦੇ ਬਾਰੇ ਸਿੰਘ ਸਾਹਿਬ ਨੇ ਇਹ ਗੱਲ ਕਹਿਤੀ ਕਿ 24 ਘੰਟੇ ਛੱਡ ਦਿਓ, ਮੈਂ ਭਾਵੇਂ ਕਿ ਸਹਿਮਤ ਨਹੀਂ ਹੈਗਾ ਮੇਰਾ ਕਿਹੜਾ ਭਾਜਪਾ ਦੇ ਨਾਲ, ਪਰ ਕੱਲ ਦੇ ਬਿਆਨ ਤੋਂ ਬਾਅਦ ਜਦੋਂ ਸਿੰਘ ਸਾਹਿਬ ਨੇ ਇਹ ਗੱਲ ਕਹੀ, ਪੀਐਮ ਦੇ ਉਹਦਾ ਪੋਰਟਲ ਹੈ, ਉਸ ਪੋਰਟਲ ਤੋਂ ਰਿਮੂਵ ਕਰ ਦਿੱਤਾ ਗਿਆ। ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਜਥੇਦਾਰ ਸਾਹਿਬ ਨੇ ਰੁਤਬੇ ਦਾ ਸਤਿਕਾਰ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਨੇ। ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕਹਾਂਗੇ, ਤੁਸੀਂ ਤਾਂ ਪੰਜਾਬ ਦੀ ਅਗਵਾਈ ਕਰ ਰਹੇ ਹੋ, ਪੰਜਾਬ ਨੇ ਤੁਹਾਨੂੰ ਬਣਾਇਆ, ਜਿਹਦੇ ਵਿੱਚ ਸਭ ਤੋਂ ਵੱਧ ਸਿੱਖਾਂ ਨੇ ਬਣਾਇਆ। ਜਥੇਦਾਰ ਸਾਹਿਬ ਨੂੰ ਤੁਸੀਂ ਭੰਡ ਕੇ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ? ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੇ ਬੇਦੋਸ਼ੇ ਲੋਕ ਆ, ਸੁਣੋ ਜੀ, ਕੰਗ ਸਾਹਿਬ ਨੂੰ ਸੁਣਾਉਣਾ ਚਾਹੁੰਦਾ ਕਿ ਜਿਹੜੇ ਬੇਦੋਸ਼ੇ ਲੋਕ ਆ ਉਹਨਾਂ ਨੂੰ ਛੱਡਿਆ ਜਾਵੇ। ਜਿਹੜੇ ਬੇਦੋਸ਼ੇ ਆ ਇਹ ਕਿਉਂ ਛੱਡ ਰਹੇ ਆ? ਇਹਦਾ ਮਤਲਬ ਬੇਦੋਸ਼ੇ ਫੜੇ ਸੀ ਤੇ ਜਥੇਦਾਰ ਸਾਹਿਬ ਨੇ ਇਹੋ ਹੀ ਗੱਲ ਕਹੀ ਸੀ ਕਿ ਇਸ ਗੱਲ ਤੇ ਜਥੇਦਾਰ ਸਾਹਿਬ ਨੂੰ ਤੁਸੀਂ ਇਹ ਭੰਡ ਰਹੇ ਹੋ ਕਿ ਉਹ ਐਸਜੀਪੀਸੀ ਤੇ ਅਕਾਲੀ ਦਲ ਹੈ। ਹਾਲੇ ਕੱਲ੍ਹ ਦਾ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਸ਼ੀਸ਼ਾ ਦਿਖਾ ਕੇ ਹਟੇ ਆ, ਕਿਹੜੇ ਅਕਾਲੀ ਦਲ ਦੀ ਸਪੋਰਟ ਕਰਦੇ ਆ? ਰੁਤਬੇ ਦਾ ਸਨਮਾਨ ਕਰਨਾ
ਕੰਗ ਸਾਹਿਬ ਤੁਹਾਨੂੰ ਆਉਂਦਾ ਵਾ, ਤੁਸੀਂ ਇਸ ਗੱਲ ਨੂੰ ਮੰਨੋ, ਆਪਣੇ ਮੁੱਖ ਮੰਤਰੀ ਨੂੰ ਸਮਝਾਓ। ਇਹ ਕੀ ਨਾ, ਇਹ ਮਸਕਰਾ ਸਟੇਜ ਨਹੀਂ ਆ, ਇਹ ਸਿੰਘ ਸਾਹਿਬ ਦੀ ਗੱਲ ਆ ਜਿਹੜਾ ਟਕਰਾਇਆ ਅਕਾਲ ਤਖਤ ਸਾਹਿਬ। ਚਲੋ ਜਵਾਬ ਲੈ ਲਈਏ ਕੰਗ ਸਾਹਿਬ। ਦੇਖੋ ਬਰਾੜ ਸਾਹਿਬ, ਸੀਐਮ ਸਾਹਿਬ ਨੇ ਕੀ ਇਸ਼ਾਰਾ ਕੀਤਾ? ਸੀਐਮ ਸਾਹਿਬ ਨੇ ਵੀ ਇਹੀ ਬੇਨਤੀ ਕੀਤੀ ਆ ਵੀ ਜਿਹੜੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਆ ਉਹ ਰਾਜਨੀਤਿਕ ਤੌਰ ਤੇ ਵਰਤੀਆਂ ਜਾ ਰਹੀਆਂ, ਪਹਿਲਾਂ ਤੋਂ ਗਾਂ ਵੀ ਨਾ ਵਰਤੀਆਂ ਜਾਣ। ਜਥੇਦਾਰ ਸਾਹਿਬ ਸਤਿਕਾਰਯੋਗ ਹਸਤੀ ਹੈ, ਉਹ ਇਸ ਗੱਲ ਨੂੰ ਸਗੋਂ ਇੰਸ਼ੋਰ ਕਰਨ, ਸਗੋਂ ਉਹਦੇ ਚ ਇੰਟਰਵੀਨ ਕਰਨ ਕਿ ਕਿਉਂ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਦਾ ਰਾਜਨੀਤੀਕਰਨ ਹੋ ਰਿਹਾ। ਉਹ ਇਹੀ ਤਰ੍ਹਾਂ ਨੇ ਇਸ਼ਾਰਾ ਕੀਤਾ, ਹੋਰ ਕੀ ਕੀਤਾ? ਜਿੱਥੋਂ ਤੱਕ ਗੱਲ ਰਹੀ ਬੇਦੋਸ਼ ਜਾਂ ਇਨੋਸੈਂਟ, ਉਹ ਅਕਸਰ ਗੱਲ ਦੀ ਗੱਲ ਥੋੜੀ, ਉੱਤੇ ਪਿਛਲੇ 4 ਦਿਨ 5 ਦਿਨ ਤੋਂ ਹੀ ਪਹਿਲਾਂ ਸਾਡੇ ਜਿਹੜੇ ਅਫਸਰ ਆ, ਜਿਹੜੇ ਗਿੱਲ ਸਾਹਿਬ, ਆਈਜੀ ਸਾਹਿਬ, ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕਲੀਅਰ ਕੀਤਾ ਸਰਕਾਰ ਦਾ ਸਟੈਂਡ। ਉਸ ਤੋਂ ਬਾਅਦ ਧਾਲੀਵਾਲ ਸਾਹਿਬ ਨੇ ਵੀ ਕੀਤੀ, ਮੈਂ ਵੀ ਕੀਤੀ। ਉਹ ਉੱਥੇ ਤੇ ਬਿਲਕੁਲ ਸਪਸ਼ਟ ਹੈ, ਲੇਕਿਨ ਜਿਹੜਾ ਇਨਵੈਸਟੀਗੇਸ਼ਨ ਪੁਆਇੰਟ ਆਫ ਵਿਊ ਆ, ਜਿਹੜਾ ਇਨਕੁਆਇਰੀ ਦਾ ਪੁਆਇੰਟ ਆਫ ਵਿਊ ਆ, ਉਹ ਪੁੱਛ ਪੜਤਾਲ ਤੇ ਬਣਦੀ ਹੈ। ਮੰਨ ਲਓ ਕਿਸੇ ਨੇ ਫੋਨ ਤੇ ਵੀ ਗੱਲ ਕੀਤੀ ਆ, ਕਿਸੇ ਨੇ ਕਿਸੇ ਤੇ ਇੰਟਰਵਿਊ ਲੈਣ ਦੀ ਮੰਨ ਲਓ ਗੱਲ ਕੀਤੀ ਆ। ਇਹਦਾ ਮਤਲਬ ਇਹ ਥੋੜੀ ਆ ਇੱਥੇ ਤੇ ਸਾਡੀਆਂ ਪੰਥਕ ਸਰਕਾਰਾਂ ਰਹੀਆਂ, ਪੀਸਫੁਲੀ ਪ੍ਰੋਟੈਸਟ ਕਰ ਰਹੇ ਨੌਜਵਾਨਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕਰਤਾ। ਇੱਥੇ ਤੇ ਉਹ ਡੇਰੇ ਵਾਲੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਰਹੇ ਆ, ਉਹਨਾਂ ਤੇ ਉਹਨਾਂ ਦੀਆਂ ਫਿਲਮਾਂ ਹਿੱਟ ਕਰਾਉਣ ਲਈ ਇੱਕ ਸਕੈਂਡਲ ਚੱਲਦਾ ਰਿਹਾ ਅਕਾਲੀ ਦਲ ਦਾ। ਇਹ ਤਾਂ ਸਾਡੇ ਸਾਹਮਣੇ ਐਗਜ਼ਾਮਪਲ ਹੈ। ਜਿੰਨੀ ਮਤਲਬ ਮੁਸਤੈਦੀ ਨਾਲ, ਜ਼ਿੰਮੇਵਾਰੀ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਸੈਂਸਿਟਿਵ ਮੁੱਦੇ ਤੇ ਕੰਮ ਕੀਤਾ, ਤੇ ਅਤੀਤ ਪੂਰਾ ਹਿਸਟਰੀ ਚੱਕ ਲੈਣ। ਗਰੇਵਾਲ ਸਾਹਿਬ ਵੀ ਜਾਣਦੇ ਹੋਣਗੇ ਕਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਮਾਰਿਆ ਤੇ ਕੁੱਟਿਆ ਗਿਆ। ਦੱਸ ਕੋਈ ਵੀ ਬੱਚਾ ਜਿਹੜੇ ਜੇਲ੍ਹ ਤੋਂ ਵੀ ਆ ਰਿਹਾ, ਕਿਸੇ ਨੇ ਧੱਕਾ ਵੀ ਹੋਇਆ ਹੋਵੇ, ਲੇਕਿਨ ਜਿਹੜੀ ਇਨਵੈਸਟੀਗੇਸ਼ਨ ਹੈ, ਜਿਹੜੀ ਇਨਕੁਆਇਰੀ ਹੈ, ਉਹ ਤੇ ਕਰਨ ਦਾ ਇੱਕ ਪ੍ਰੋਰੋਗੇਟਿਵ ਹੈ ਜਿਹੜੀਆਂ ਸਾਡੀਆਂ ਪੁਲਿਸ ਹੈ, ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਹੈ, ਔਰ ਸਾਨੂੰ ਬਣਦਾ। ਔਰ ਕਈ ਬੱਚੇ ਸਾਡੇ ਬੇਗੁਨਾਹ ਉਹ ਗੁੰਮਰਾਹ ਹੋ ਗਏ ਧਾਰਮਿਕ ਤੌਰ ਤੇ। ਮੈਂ ਕੱਲ ਵੀ ਕਿਹਾ ਸੀ ਜਥੇਦਾਰ ਸਾਹਿਬ ਨੂੰ ਇੰਸ਼ੋਰ ਕਰਨਾ ਚਾਹੀਦਾ ਕਿ ਅਗਰ ਐਸਜੀਪੀਸੀ ਜ਼ਿੰਮੇਵਾਰੀ ਨਾਲ ਕੰਮ ਕਰੇ ਧਰਮ ਪ੍ਰਚਾਰ ਦਾ, ਤੇ ਕੋਈ ਇਹੋ ਜਿਹੀਆਂ ਦੁਕਾਨਦਾਰੀਆਂ ਖੋਲਣ ਨਾ ਜਿਹੜੀਆਂ ਲੋਕਾਂ ਨੂੰ ਭੜਕਾਉਂਦੀਆਂ ਤੇ ਗਲਤ ਰਾਹ ਤੋਰਦੀਆਂ। ਇਹਦੇ ਵਾਲੇ ਪਾਸੇ ਕਿਉਂ ਨਹੀਂ ਤੁਰਦੇ? ਇਸ ਪਾਸੇ ਤੁਰਨਾ ਚਾਹੀਦਾ। ਜਵਾਬ ਦੇ ਦਿਓ ਗਰੇਵਾਲ ਸਾਹਿਬ। ਕੰਗ ਸਾਹਿਬ ਥੋੜਾ ਹੌਸਲਾ ਕਰੋ। ਪੰਜਾਬ ਦੀ ਬਾਲ ਨੂੰ ਮਤਾਂ ਦਿੱਤੀ ਆ। ਜਥੇਦਾਰ ਸਾਹਿਬ ਦੇ ਬਿਆਨ ਨੂੰ ਸੁਣੋ, ਜੁਰਤ ਰੱਖੋ, ਹੌਸਲਾ ਰੱਖੋ। ਮੈਂ ਗਰੇਵਾਲ ਸਾਹਿਬ ਤੁਹਾਡੇ ਤੋਂ ਇੱਕ ਚੀਜ਼ ਥੋੜੀ ਜੀ ਚਾਹਣਾ ਹੈ, ਇਹ ਜਿਹੜਾ ਬਿਆਨ ਇੱਕ ਸੈਕਿੰਡ ਮੇਰਾ ਮੈਂ ਐਡ ਕਰਨੀ ਚਾਹਣਾ ਗੱਲ ਨਾਲ, ਮੈਂ ਛੋਟੀ ਜੀ ਗੱਲ ਨਾਲ ਐਡ ਕਰਨੀ ਹੈ। ਜਿਹੜੀ ਜਥੇਦਾਰ ਸਾਹਿਬ ਨੇ ਗੱਲ ਲਿਖੀ ਹੈ ਕਿ ਤੁਹਾਨੂੰ ਕੋਈ ਰਾਜਨੀਤਿਕ ਧਿਰ ਨਾ ਵਰਤ ਜੇ, ਤੁਸੀਂ ਥੋੜਾ ਜਿਹਾ ਕਲੈਰੀਫਾਈ ਕਰੋਗੇ ਕਿ ਇਸ਼ਾਰਾ ਬੀਜੇਪੀ ਵੱਲ ਹੈ, ਕੇਂਦਰ ਸਰਕਾਰ ਵੱਲ ਹੈ? ਜੋ ਕੁਝ ਜਿੱਥੇ ਵਰਤੇ ਜਾ ਰਿਹਾ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਜੀ, ਉਹ ਕਹਿਣ ਦੀ ਲੋੜ ਨਹੀਂ। ਮੈਂ ਜਿਹੜੀ ਗੱਲ ਕਰ ਰਿਹਾ ਇਹਨਾਂ ਨੇ ਸੁਣੀ ਨਹੀਂ ਕੰਗ ਸਾਹਿਬ। ਤੇ ਜ਼ਰਾਨ ਸੱਤਾ ਦੇ ਨਸ਼ੇ ਤੋਂ ਥੱਲੇ ਉਤਰ ਕੇ ਦੇਖੋ, ਸੱਤਾ ਰਹਿੰਦੀ ਨਹੀਂ। ਜਥੇਦਾਰ ਸਾਹਿਬ ਨੇ ਕਿਹਾ ਕਿ 24 ਘੰਟੇ ਛੱਡੋ। ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਲੋਕਾਂ ਨੇ, 24 ਘੰਟੇ ਨਾ ਛੱਡੇ ਕੀ ਕਰੋਗੇ? ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਉਗਰ ਨਹੀਂ ਹੋਣਾ, ਅਸੀਂ ਧਰਨੇ ਹੀ ਮਾਰਨੇ, ਅਸੀਂ ਕੋਈ ਭੰਨ ਤੋੜ ਨਹੀਂ ਕਰਨੀ। ਤੁਹਾਨੂੰ ਜਥੇਦਾਰ ਸਾਹਿਬ ਦਾ ਸਨਮਾਨ ਹੋਣਾ ਚਾਹੀਦਾ। ਤੁਸੀਂ ਜਿਹੜੀ ਲੁੱਟ ਕੀਤੀ ਆ, ਜਿਹੜੀ ਕੁੱਟ ਕੀਤੀ ਆ ਹਰੀ ਕੇ, ਉਹਦਾ ਦੇਖ ਹਾਲੇ ਤੁਹਾਡੇ ਸਰਪੰਚਾਂ ਦੇ ਮੁੰਡਿਆਂ ਦੇ ਆ, ਪਿੰਡਾਂ ਦੇ ਆ। ਮੇਰੇ ਕੋਲ ਜਵਾਬ ਲੈ ਲਿਓ। ਜੀ ਤੁਸੀਂ ਮੋਟਰਸਾਈਕਲ ਨਹੀਂ ਛੱਡੇ। ਜਥੇਦਾਰ ਸਾਹਿਬ ਨੇ ਇਸ ਸਟੇਟ ਨੂੰ ਕਿੰਨਾ ਰਾਜਨੀਤੀ ਤੋਂ ਬਚਾਇਆ ਕਿ ਉੱਥੇ ਧਰਨੇ ਨਾ ਲਾਓ, ਅਸੀਂ ਵਹੀਰ ਕਰਾਂਗੇ, ਲੋਕਾਂ ਵਿੱਚ ਜਾਵਾਂਗੇ ਕਿ ਸਾਡੇ ਨਾਲ ਕੁਝ ਹੋ ਰਿਹਾ। ਤੁਹਾਨੂੰ ਜਥੇਦਾਰ ਸਾਹਿਬ ਦੀ ਕਦਰ ਹੀ ਨਹੀਂ, ਤੁਸੀਂ ਤਾਂ ਚੁੱਕ ਕੇ ਜਥੇਦਾਰ ਸਾਹਿਬ ਦੀ ਬਰਾਬਰਤਾ ਗੱਲ ਕਰਨ ਲੱਗੇ ਹੋ। ਘੱਟੋ ਘੱਟ ਕੰਗ ਸਾਹਿਬ ਤੁਸੀਂ ਸਮਝਾਓ। ਜਵਾਬ ਦੇ ਦਿਓ। ਚਲੋ ਠੀਕ ਹੈ, ਆਪਾਂ ਥੋੜਾ ਬਰੀਫ ਰੱਖੀਏ। ਜੀ ਕੰਗ ਸਾਹਿਬ, ਮੇਰੀ ਗੱਲ, ਅਸੀਂ ਤਾਂ ਸਤਿਕਾਰ ਕਰਦੇ ਆ, ਅਸੀਂ ਤਾਂ ਸਾਰਿਆਂ ਦੇ ਕਰਦੇ। ਤੁਸੀਂ ਟਾਈਮ ਯਾਦ ਕਰੋ ਜਦੋਂ ਜਥੇਦਾਰ ਸਾਹਿਬਾਨਾਂ ਨੂੰ ਤਲਬ ਕੀਤਾ ਸੀ ਬਾਦਲ ਸਾਹਿਬ ਨੇ ਆਪਣੀ ਕੋਠੀ। ਇਹ ਰਵਾਇਤ ਕਿਹਨੇ ਚਲਾਈ ਆ? ਇਹ ਰਵਾਇਤ ਕਿਹਨੇ ਚਲਾਈ ਜਦੋਂ ਐਸਜੀਪੀਸੀ ਦੇ ਕਰੋੜ ਰੁਪਏ ਦੇ ਇਸ਼ਤਿਹਾਰ ਡੇਰੇ ਵਾਲਿਆਂ ਨੂੰ ਮਾਫੀ ਦੇਣ ਲਈ ਦਿੱਤੇ ਗਏ? ਇਹ ਰਵਾਇਤ ਕਿਹਨੇ ਚਲਾਈ ਆ? ਇਹ ਰਵਾਇਤ ਕਿਹਨੇ ਚਲਾਈ ਆ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀਆਂ ਫਿਲਮਾਂ ਹਿੱਟ ਕਰਵਾਈਆਂ? ਇਹ ਰਵਾਇਤ ਕਿਵੇਂ ਚਲਾਈ ਆ? ਅਸੀਂ ਤਾਂ ਜਥੇਦਾਰ ਸਾਹਿਬ ਦਾ ਵੀ, ਅਸੀਂ ਆਪਣੀਆਂ ਸਾਰੀਆਂ ਸੰਸਥਾਵਾਂ ਦਾ ਸਤਿਕਾਰ ਕਰਦੇ ਆ। ਅਸੀਂ ਉਹਨਾਂ ਦੇ ਸਤਿਕਾਰ 'ਚ ਕਦੀ ਇੱਕ ਵੀ ਅਪਸ਼ਬਦ ਨਹੀਂ ਬੋਲਿਆ। ਇੱਕ ਮਿੰਟ ਅਸੀਂ ਕਦੀ ਇੱਕ ਸ਼ਬਦ ਨਹੀਂ ਬੋਲਿਆ। ਨਹੀਂ ਤੇ ਇੱਥੇ ਰਵਾਇਤ ਰਹੀ ਹੈ ਬਰਾੜ ਸਾਹਿਬ, ਇੱਥੇ ਸਾਡੇ ਅਕਾਲ ਤਖਤ ਸਾਹਿਬ ਤੇ
ਔਰ ਬਾਕੀ ਜਥੇਦਾਰਾਂ ਨੂੰ ਤਲਬ ਕਰਦੇ ਰਹੇ ਆ। ਕਿੰਨੇ ਰਵਾਇਤ ਤੇ ਚਲਾਈ ਦੱਸੋ? ਇਹ ਸਵਾਲ ਅੱਜ ਕੌਮ ਪੁੱਛ ਰਹੀ ਆ। ਕਿੰਨੇ ਕਿਸ ਤਰੀਕੇ ਨਾਲ ਢਾਹ ਲਾਈ ਇਹਨਾਂ ਨੇ ਸਾਡੇ ਸੰਸਥਾਵਾਂ ਦੀ। ਅਸੀਂ ਤੇ ਉਹ ਲੋਕ ਸਾਨੂੰ ਸਵਾਲ ਕਰਨਗੇ। ਅਸੀਂ ਤੇ ਇੱਕ ਸ਼ਬਦ ਵੀ ਨਹੀਂ ਕਦੇ ਜਥੇਦਾਰ ਸਾਹਿਬ ਦੀ ਸਤਿਕਾਰ 'ਚ ਕਦੀ ਗਲਤ ਬੋਲਿਆ ਹੋਵੇ। ਇਹ ਰਵਾਇਤਾਂ ਤਾਂ ਤੁਹਾਡੀਆਂ ਪਾਈਆਂ, ਕੌਮ ਨੂੰ ਤੁਸੀਂ ਭੰਬਲ ਭੁੱਸੇ 'ਚ ਪਾਇਆ। ਅੱਜ ਜਿੱਦਾਂ ਨੌਜਵਾਨ ਨੌਕਰੀਆਂ ਲੈ ਕੇ ਸਿੱਧੇ ਰਾਹ ਪੈ ਰਹੇ, ਪੰਜਾਬ ਤਰੱਕੀ ਵੱਲ ਵਧ ਰਿਹਾ, ਤੇ ਮੈਨੂੰ ਲੱਗਦਾ ਹੈ ਵੀ ਜਿਨ੍ਹਾਂ ਦੀਆਂ ਰਾਜਨੀਤਿਕ ਦੁਕਾਨਦਾਰੀਆਂ ਬੰਦ ਹੋ ਗਈਆਂ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਆ। ਇਹ ਬਿਲਕੁਲ ਸਪਸ਼ਟ ਹੈ। ਚਲੋ ਠੀਕ ਹੈ ਧੰਨਵਾਦ ਦੋਨਾਂ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਦੇ ਲਈ। ਤਾਂ ਅਸਲ ਦੇ ਵਿੱਚ ਮੁੱਦਾ ਜਿਹੜਾ ਹੈ ਉਹ ਇਸ ਵੇਲੇ ਗੱਲਬਾਤ ਤੋਂ ਬਹੁਤ ਅੱਗੇ ਚਲਾ ਗਿਆ ਔਰ ਬਿਆਨਬਾਜ਼ੀ ਜਿਹੜੀ ਹੈ ਜਾਂ ਇਲਜ਼ਾਮ ਤਰਾਸ਼ੀ ਜਿਹੜੀ ਹੈ ਜਾਂ ਇੱਕ ਦੂਜੇ ਤੇ ਨਿਸ਼ਾਨੇ ਸਾਧਨੇ ਜਿਹੜੇ ਨੇ ਉਹ ਜ਼ਿਆਦਾ ਭਾਰੂ ਹੋ ਚੁੱਕੇ ਨੇ। ਦੋਵੇਂ ਧਿਰਾਂ ਇੱਕ ਦੂਜੇ ਨੂੰ ਬਲੇਮ ਕਰ ਰਹੀਆਂ ਨੇ। ਸਰਕਾਰ ਕਹਿ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਕੋਈ ਮੰਦ ਭਾਵਨਾ ਦੇ ਨਾਲ ਨਹੀਂ ਬੋਲਿਆ ਜਾਂ ਸੀਐਮ ਭਗਵੰਤ ਮਾਨ ਨੇ ਨਹੀਂ ਬੋਲਿਆ, ਉਹਨਾਂ ਨੇ ਸਿਰਫ ਇੱਕ ਸਿਆਸੀ ਧਿਰ ਦੇ ਪੱਖ 'ਚ ਖੜਨ ਦਾ ਜ਼ਿਕਰ ਕੀਤਾ ਸੀ। ਔਰ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਕਿ ਤੁਸੀਂ ਰਾਜਨੀਤਿਕ ਤੌਰ ਤੇ ਸੁਚੇਤ ਰਹੋ, ਤੁਹਾਨੂੰ ਕੋਈ ਨਾ ਵਰਤ ਜਾਵੇ, ਇਸ ਕਰਕੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਲਈ ਇਕੱਠੇ ਹੋ ਕੇ ਚੱਲੀਏ। ਪਰ ਇਹ ਚੀਜ਼ ਕਿਤੇ ਨਾ ਕਿਤੇ ਜਿਹੜੀ ਬਿਆਨਬਾਜ਼ੀ ਹੈ ਇਹ ਆਪਸ ਦੇ ਵਿੱਚ ਤਿੱਖੀ ਤਕਰਾਰ ਦੇ ਵਿੱਚ ਬਦਲਦੀ ਪ੍ਰਤੀਤ ਹੋ ਰਹੀ ਹੈ।